ਹੈਲੋ ਸਟੂਡੈਂਟਸ। ਰਵਿੰਦਰਨਾਥ ਟੈਗੋਰ ਜੀ ਬਾਰੇ ਤੁਸੀਂ ਸਾਰੇ ਜਾਣੋ। ਰਵਿੰਦਰਨਾਥ ਟੈਗੋਰ ਜੀ ਨੂੰ ਵਿਸ਼ਵ ਕਵੀ ਦਾ ਦਰਜਾ ਮਿਲਿਆ ਹੈ। ਸੋ ਹੀ ਵਾਸ ਬੋਰਨ ਔਨ May 9th 1861 ਇਨ ਬੰਗਾਲ। ਤੇ ਉਹਨਾਂ ਦੇ ਪਿਤਾ ਦਵਿੰਦਰਨਾਥ ਟੈਗੋਰ ਉਹ ਬਹੁਤ ਇੱਕ ਅਮੀਰ ਬਹੁਤ ਰਈਸ ਵਿਅਕਤੀ ਸਨ ਤੇ ਉਹਨਾਂ ਦੇ ਮਾਤਾ ਜੀ ਦਾ ਨਾਮ ਸ਼ਾਰਦਾ ਦੇਵੀ ਸੀ। ਰਵਿੰਦਰਨਾਥ ਟੈਗੋਰ ਜਿਹੜੇ ਸੀ ਉਹ ਕਦੀ ਵੀ ਕਿਸੇ ਸਕੂਲ ਦੇ ਵਿੱਚ ਵਿੱਦਿਆ ਪ੍ਰਾਪਤੀ ਵਾਸਤੇ ਨਹੀਂ ਗਏ। ਉਹਨਾਂ ਨੂੰ ਨਹੀਂ ਭੇਜਿਆ ਗਿਆ ਕਿਉਂਕਿ ਉਹ ਇੰਨੇ ਅਮੀਰ ਸਨ, ਰਈਸ ਲੋਕ ਸਨ। ਉਹਨਾਂ ਨੇ ਘਰ ਵਿੱਚ ਹੀ ਉਹਨਾਂ ਦੇ ਟਿਊਟਰ ਦਾ ਪ੍ਰਬੰਧ ਕੀਤਾ ਹੋਇਆ ਸੀ ਜਿਹੜਾ ਕਿ ਉਹਨਾਂ ਨੂੰ ਘਰੇ ਹੀ ਐਜੂਕੇਟ ਕਰਦਾ ਸੀ, ਪੜ੍ਹਾਉਂਦਾ ਸੀ। Though he was educated at home, he studied many subjects and there was a method in his studies. ਘਰ ਰਹਿ ਕੇ ਹੀ ਉਹਨਾਂ ਨੇ ਇੰਨੇ ਵਧੀਆ ਤਰੀਕੇ ਦੇ ਨਾਲ ਹਰੇਕ ਸਬਜੈਕਟ ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਉਹਨਾਂ ਨੇ ਪੜ੍ਹਾਈ ਕੀਤੀ। ਰੀਡਿੰਗ ਪਲੇਜ਼ ਵਾਜ਼ ਆਫ ਅ ਸਪੈਸ਼ਲ ਇੰਟਰਸਟ ਟੂ ਹਿਮ। ਡਰਾਮੇ ਪੜ੍ਹਨਾ ਉਹਨਾਂ ਦਾ ਇੱਕ ਖਾਸ ਸ਼ੌਕ ਸੀ। He was happy to read plays of Kalidas and Shakespeare. ਕਾਲੀਦਾਸ ਤੇ ਸ਼ੇਕਸਪੀਅਰ ਉਹਨਾਂ ਦੇ ਜਿਹੜੇ ਪਲੇਜ਼ ਲਿਖੇ ਸੀ ਉਹਨਾਂ ਨੂੰ ਪੜ੍ਹ ਕੇ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਸੀ। He had a special interest in Bengali, which was his mother tongue. ਬੰਗਾਲੀ ਉਹਨਾਂ ਦੀ ਮਾਤ ਭਾਸ਼ਾ ਸੀ ਤੇ ਉਹਦੇ ਵਿੱਚ ਉਹਨਾਂ ਦੀ ਖਾਸ ਰੁਚੀ ਸੀ। For further studies he was sent to a public school at London. ਫਿਰ ਉਸ ਤੋਂ ਬਾਅਦ ਉਹ ਲੰਡਨ ਦੇ ਵਿੱਚ ਅਗਲੇਰੀ ਪੜ੍ਹਾਈ ਵਾਸਤੇ ਭੇਜਿਆ ਗਿਆ ਉਹਨਾਂ ਨੂੰ। Where he became a student of Professor Henry Morley, whose lectures influenced Rabindranath Tagore to take interest in English literature. So ਉਹਨਾਂ ਦੇ ਟਿਊਟਰ ਉੱਥੇ ਉਹਨਾਂ ਨੂੰ ਮਿਲੇ, ਟੀਚਰ ਮਿਲੇ ਜਿਹੜੇ ਪ੍ਰੋਫੈਸਰ ਹੈਨਰੀ ਮੋਰਲੇ। ਉਹਨਾਂ ਦੇ ਲੈਕਚਰਸ ਤੋਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੂੰ ਇੰਗਲਿਸ਼ ਲਿਟਰੇਚਰ ਦੇ ਵਿੱਚ ਜਿਹੜੀ ਦਿਲਚਸਪੀ ਪੈਦਾ ਹੋ ਗਈ। Rabindranath started writing poetry in Bengali. His poems Sandhya Geet, Songs of Dusk was appreciated by many, including Shri Bankim Chandra Chatterjee. ਸੋ ਉਹਨਾਂ ਦੇ ਲਿਖੇ ਹੋਏ ਪੋਇਮਸ ਜਿਹੜੇ ਸੰਧਿਆ ਗੀਤ ਹੈ ਉਹਨਾਂ ਦੀ ਸਰਾਹਨਾ ਬਹੁਤ ਮਹਾਨ ਵਿਅਕਤੀਆਂ ਜਿਨ੍ਹਾਂ ਵਿੱਚੋਂ ਕਿ ਸ਼੍ਰੀ ਬੰਕਿਮ ਚੰਦਰ ਚੈਟਰਜੀ ਇੱਕ ਹੋਏ ਹਨ ਜਿਨ੍ਹਾਂ ਨੇ ਨੈਸ਼ਨਲ ਸੌਂਗ ਲਿਖਿਆ ਹੋਇਆ ਵੰਦੇ ਮਾਤਰਮ। ਉਹਨਾਂ ਨੇ ਵੀ ਇਹਨਾਂ ਨੂੰ ਸਰਾਹਿਆ, ਪ੍ਰੇਜ਼ ਕੀਤੀ। ਰਵਿੰਦਰਨਾਥ ਟੈਗੋਰ ਜੀ ਦੀ ਲਿਖੀ ਹੋਈ ਮਹਾਨ ਜਿਹੜੀ ਇੱਕ ਰਚਨਾ ਹੈ ਗੀਤਾਂਜਲੀ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਪੋਇਮਸ ਨੇ ਤੇ ਇਸ ਵਾਸਤੇ ਉਹਨਾਂ ਨੂੰ ਨੋਬਲ ਪ੍ਰਾਈਜ਼ ਫਾਰ ਲਿਟਰੇਚਰ 1931 ਵਿੱਚ ਮਿਲਿਆ। He was first Indian to get a Nobel Prize, and the British government conferred on him knighthood and gave the title of Sir. ਜਿਹੜੀ ਉਦੋਂ ਬ੍ਰਿਟਿਸ਼ ਸਰਕਾਰ ਸੀ ਉਹ ਵੀ ਉਹਨਾਂ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਸੀ ਤੇ ਉਹਨਾਂ ਨੂੰ ਨਾਈਟਹੁੱਡ ਦਾ ਦਰਜਾ ਦਿੱਤਾ ਤੇ ਸਰ ਦਾ ਟਾਈਟਲ ਦਿੱਤਾ, ਸਰ ਰਵਿੰਦਰਨਾਥ ਟੈਗੋਰ। ਜੋ ਇੰਡੀਆ ਦੇ ਵਾਸਤੇ, ਭਾਰਤ ਦੇ ਲੋਕਾਂ ਵਾਸਤੇ ਰਵਿੰਦਰਨਾਥ ਟੈਗੋਰ ਜੀ ਨੇ ਜਦੋਂ ਜਨ ਗਣ ਮਨ ਲਿਖਿਆ ਜਿਹੜਾ ਕਿ ਸਾਡਾ ਨੈਸ਼ਨਲ ਐਂਥਮ ਬਣ ਗਿਆ, ਉਹਦੇ ਵਾਸਤੇ ਰਵਿੰਦਰਨਾਥ ਟੈਗੋਰ ਜਿਹੜੇ ਸੀ ਉਹ ਭਾਰਤੀਆਂ ਵਾਸਤੇ ਸਪੈਸ਼ਲ ਬਣ ਗਏ, ਖਾਸ ਬਣ ਗਏ। 7 ਅਗਸਤ 1941 ਨੂੰ ਉਹਨਾਂ ਦੀ ਡੈਥ ਹੋ ਗਈ। ਅਸੀਂ ਆਪਣੇ ਇੱਕ ਮਹਾਨ ਕਵੀ ਬਾਰੇ ਪੜ੍ਹਿਆ, ਰਵਿੰਦਰਨਾਥ ਟੈਗੋਰ ਜੀ, ਔਰ ਤੁਹਾਡੀ ਕਲਾਸ +1 ਦੇ ਵਿੱਚ ਉਹਨਾਂ ਦੀ ਲਿਖੀ ਹੋਈ ਇੱਕ ਬਹੁਤ ਸੁੰਦਰ ਕਵਿਤਾ ਸ਼ਾਮਿਲ ਹੈ ਜਿਹਦਾ ਨਾਮ ਹੈ ਉਪਾ ਗੁਪਤਾ। ਬਹੁਤ ਸੁੰਦਰ ਕਵਿਤਾ ਹੈ। ਇਸ ਕਵਿਤਾ ਦੇ ਵਿੱਚ ਕਵੀ ਨੇ ਬਹੁਤ ਮਹਾਨ ਵਿਚਾਰ ਰੱਖੇ ਹਨ। ਸੋ ਉਹਨਾਂ ਦੀ ਲਿਖੀ ਹੋਈ ਇਸ ਕਵਿਤਾ ਤੋਂ, ਇਸ ਪੋਇਮ ਤੋਂ ਅਸੀਂ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਵੀ ਜਾਣ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਸੋਚ ਸੀ ਉਹ ਕਿਸ ਉਚਾਈ ਤੇ ਸੀ। ਸੋ ਲੈਟਸ ਰੀਡ ਦ ਪੋਇਮ। Upagupta, the disciple of Buddha, lay asleep in the dust by the city wall of Mathura. Upagupta ਬੁੱਧ ਧਰਮ ਦੇ ਪੈਰੋਕਾਰ ਸਨ। ਗੌਤਮ ਬੁੱਧ ਹੋਏ ਆ ਉਹਨਾਂ ਦੇ ਚੇਲੇ ਸਨ। ਉਪਾਗੁਪਤਾ ਉਹਨਾਂ ਦਾ ਨਾਮ ਸੀ ਜਿਹੜੇ ਕਿ ਇੱਕ ਰਾਤ ਮਥੁਰਾ ਸ਼ਹਿਰ ਦੀ ਇੱਕ ਕੰਧ ਦੇ ਨਾਲ ਮਿੱਟੀ ਦੇ ਵਿੱਚ ਧਰਤੀ ਤੇ ਹੀ ਲੇਟੇ ਹੋਏ ਸਨ, ਸੁੱਤੇ ਹੋਏ ਸਨ। Lamps were all out, doors were all shut, and stars were all hidden by the murky sky of August. ਅਗਸਤ ਦਾ ਮਹੀਨਾ ਬਰਸਾਤ ਦਾ ਮੌਸਮ ਹੁੰਦਾ ਹੈ, ਬੱਦਲਵਾਈ ਵਾਲੇ ਦਿਨ ਹੁੰਦੇ ਆ ਔਰ ਉਹ ਰਾਤ ਵੀ ਜਿਹੜੀ ਸੀ ਉਹ ਬੱਦਲਾਂ ਨਾਲ ਅਸਮਾਨ ਢਕਿਆ ਹੋਇਆ ਸੀ। ਤਾਰੇ ਵਗੈਰਾ ਬਿਲਕੁਲ ਨਹੀਂ ਸੀ ਦਿਖ ਰਹੇ ਤੇ ਸ਼ਹਿਰ ਦੇ ਵਿੱਚ ਸਾਰੇ ਘਰਾਂ ਦੇ ਦਰਵਾਜ਼ੇ ਬੰਦ ਹੋ ਚੁੱਕੇ ਸਨ ਤੇ ਲੈਂਪਸ ਜਿਹੜੀਆਂ ਸੀ, ਲਾਈਟਸ ਵਗੈਰਾ ਸੀ ਜਿਹੜੀਆਂ ਉਹ ਸਾਰੀਆਂ ਬੁੱਝ ਚੁੱਕੀਆਂ ਸਨ। ਤਾਰਿਆਂ ਨੂੰ ਅਸਮਾਨ ਦੇ ਵਿੱਚ ਬੱਦਲਾਂ ਨੇ ਢਕਿਆ ਹੋਇਆ ਸੀ। Whose feet were those tingling with anklets, touching his breast of a sudden? ਅਚਾਨਕ ਉਪਾਗੁਪਤਾ ਦੀ ਛਾਤੀ ਤੇ ਕਿਸੇ ਦੇ ਝਾਂਜਰਾਂ
ਵਾਲੇ ਪੈਰ ਆ ਕੇ ਲੱਗੇ। He woke up startled. ਉਹ ਅੱਬੜਵਾਏ ਉੱਠ ਗਏ and a light from a woman's lamp fell on his forgiving eyes. ਔਰ ਉਸ ਔਰਤ ਦੇ ਹੱਥਾਂ ਵਿੱਚ ਜਿਹੜੀ ਲੈਂਪ ਪਕੜੀ ਹੋਈ ਸੀ ਉਹਦੀ ਲਾਈਟ ਉਪਾ ਗੁਪਤਾ ਦੀਆਂ ਮਾਫ ਕਰਨ ਵਾਲੀਆਂ ਅੱਖਾਂ ਤੇ ਪਈ। ਕਹਿਣ ਦਾ ਭਾਵ ਇਹ ਕਿ ਉਸ ਔਰਤ ਦਾ ਪੈਰ ਭਾਵੇਂ ਉਹ ਸੁੱਤੇ ਹੋਏ ਉਪਾ ਗੁਪਤਾ ਭਿਕਸ਼ੂ ਦੇ ਸਰੀਰ ਤੇ ਜਾ ਕੇ ਟਕਰਾਇਆ, ਲੇਕਿਨ ਫਿਰ ਵੀ ਉਹਨਾਂ ਨੇ ਉਸਦਾ ਬੁਰਾ ਨਾ ਮਨਾਉਂਦੇ ਹੋਏ ਉਸਨੂੰ ਮਾਫ ਕਰ ਦੇਣ ਵਾਲੀ ਨਜ਼ਰ ਨਾਲ ਦੇਖਿਆ। It was a dancing girl, starred with jewels, wearing a pale blue mantle, drunk with the wine of her youth. ਸੋ ਉਹ ਔਰਤ ਕੌਣ ਸੀ? ਉਹ ਇੱਕ ਨੱਚਣ ਵਾਲੀ ਲੜਕੀ ਸੀ ਜਿਸਨੇ ਬਹੁਤ ਸਾਰੇ ਗਹਿਣੇ ਪਹਿਨੇ ਹੋਏ ਸਨ। ਆਪਣੇ ਕੱਪੜਿਆਂ ਦੇ ਉੱਪਰ ਉਸਨੇ ਇੱਕ ਚੋਗਾ, ਜਿਸਨੂੰ ਕਹਿ ਸਕਦੇ ਹੋ ਪੇਲ ਬਲੂ ਕਲਰ ਦਾ, ਪਿਲਕਤਨ ਵਾਲੇ ਨੀਲੇ ਰੰਗ ਦਾ ਇੱਕ ਚੋਲਾ ਪਹਿਨਿਆ ਹੋਇਆ ਸੀ ਔਰ ਉਹ ਆਪਣੀ ਜਵਾਨੀ ਦੇ ਨਸ਼ੇ ਵਿੱਚ ਸੀ। ਦਿਖ ਰਿਹਾ ਸੀ ਕਿ ਉਸਨੂੰ ਆਪਣੀ ਜਵਾਨੀ ਦਾ ਨਸ਼ਾ ਹੈ। She lowered her lamp and saw young face austerely beautiful. ਉਸ ਔਰਤ ਨੇ ਆਪਣੀ ਲੈਂਪ ਨੂੰ ਨੀਚੇ ਕੀਤਾ ਔਰ ਦੇਖਿਆ ਕਿ ਇੱਕ ਬਹੁਤ ਹੀ ਖੂਬਸੂਰਤ ਜਵਾਨ, ਬਹੁਤ ਹੀ ਸਧਾਰਨ, ਸਿੰਪਲ, austerely beautiful ਦਾ ਮਤਲਬ simply beautiful, ਬਹੁਤ ਸਿੰਪਲ ਔਰ ਬਹੁਤ ਖੂਬਸੂਰਤ ਜਵਾਨ ਵਿਅਕਤੀ ਦਾ ਚਿਹਰਾ ਉਸਨੇ ਦੇਖਿਆ ਲੈਂਪ ਦੇ ਨਾਲ। Forgive me, young ascetic, said the woman. ਤਾਂ ਔਰਤ ਨੇ ਉਸਨੂੰ ਕਿਹਾ ਕਿ ਜਵਾਨ ਭਿਕਸ਼ੂ, ਮੈਨੂੰ ਮੁਆਫ ਕਰ ਦੇਵੋ। Graciously come to my house, the dusty earth is not a fit bed for you. ਬੜੇ ਆਦਰ ਸਨਮਾਨ ਦੇ ਨਾਲ, ਸ਼ਾਨ ਦੇ ਨਾਲ ਤੁਸੀਂ ਮੇਰੇ ਘਰ ਆਓ। ਇਹ ਧਰਤੀ ਤੁਹਾਡੇ ਲਈ ਸੌਣ ਵਾਸਤੇ ਠੀਕ ਨਹੀਂ ਹੈ, ਇਹ ਧਰਤੀ ਤੁਹਾਡੀ ਜਗ੍ਹਾ ਨਹੀਂ ਹੈ, ਤੁਸੀਂ ਬੜੀ ਸ਼ਾਨ ਦੇ ਨਾਲ ਮੇਰੇ ਘਰ ਆਓ। The young ascetic answered, Woman, go on your way. ਤਾਂ ਉਸ ਜਵਾਨ ਭਿਕਸ਼ੂ ਨੇ ਜਵਾਬ ਦਿੱਤਾ ਕਿ ਔਰਤ, ਤੂੰ ਆਪਣੇ ਰਸਤੇ ਤੇ ਜਾ। When the time is ripe, I will come to you. ਜਦੋਂ ਸਮਾਂ ਆਏਗਾ ਮੈਂ ਤੇਰੇ ਕੋਲ ਆਵਾਂਗਾ। Suddenly the black night showed its teeth in a flash of lightning. ਤੇ ਅਚਾਨਕ ਬਿਜਲੀ ਚਮਕੀ ਤੇ ਇਸ ਤਰ੍ਹਾਂ ਲੱਗਿਆ ਜਿਵੇਂ ਕਾਲੀ ਰਾਤ ਆਪਣੇ ਦੰਦ ਦਿਖਾ ਰਹੀ ਸੀ। The storm growled from the corner of the sky. ਤੇ ਕਿਉਂਕਿ ਬਰਸਾਤ ਦਾ ਮੌਸਮ ਸੀ, ਜਿਵੇਂ ਤੂਫਾਨ ਆ ਗਿਆ ਹੋਵੇ। And the woman trembled in fear of some unknown danger. ਤੇ ਔਰਤ ਕਿਸੇ ਅਣਜਾਣ ਖਤਰੇ ਨੂੰ ਭਾਂਪਦੀ ਹੋਈ, ਡਰਦੀ ਹੋਈ ਕੰਬਣ ਲੱਗ ਪਈ। The branches of the wayside trees were full of blossom. ਕਵੀ ਨੇ ਬਹੁਤ ਖੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ ਉਸ ਔਰਤ ਦੀ ਜਵਾਨੀ ਦੇ ਵੇਲੇ ਦਾ ਟਾਈਮ, ਉਸ ਔਰਤ ਦੀ ਜਵਾਨੀ ਦੇ ਨਸ਼ੇ ਵਿੱਚ ਜਿਹੜੀ ਜ਼ਿੰਦਗੀ ਬਤੀਤ ਕਰ ਰਹੀ ਸੀ ਉਹ, ਉਸ ਦੇ ਬਾਰੇ ਵਿੱਚ ਕਵੀ ਨੇ ਬਹੁਤ ਸੁੰਦਰ ਵਿਖਿਆਨ ਕੀਤਾ ਹੈ। ਔਰ ਉਸ ਤੋਂ ਬਾਅਦ ਨਾਲ ਹੀ ਜਦੋਂ ਕਵੀ ਇਹ ਲਾਈਨਸ ਲਿਖ ਰਹੇ ਹਨ ਕਿ storm growled from the corner of the sky and the woman trembled in fear of some unknown danger, ਤਾਂ ਇੱਥੋਂ ਅਸੀਂ ਕੁਝ ਗੈਸ ਲਗਾ ਸਕਦੇ ਹਾਂ ਕਿ ਹੁਣ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੋਏਗਾ। So let's move on further. The branches of the wayside trees were full of blossom. Gay notes of a flute came floating in the warm spring air from afar. ਉਸ ਟਾਈਮ ਦੀ ਗੱਲ ਕਰ ਰਹੇ ਹੈ ਜਦੋਂ ਕਿ ਬਰਸਾਤਾਂ ਦਾ ਮੌਸਮ ਖਤਮ ਹੋ ਚੁੱਕਿਆ, ਉਸ ਤੋਂ ਅੱਗੇ ਸਪਰਿੰਗ ਸੀਜ਼ਨ ਆ ਗਿਆ। ਸੋ ਹੁਣ ਕਵੀ ਇੱਥੇ ਇਹ ਕਹਿ ਰਹੇ ਹਨ ਕਿ ਸੜਕ ਦੇ ਆਲੇ ਦੁਆਲੇ ਲੱਗੇ ਹੋਏ ਦਰਖਤ ਆਪਣੇ ਪੂਰੇ ਜੋਬਨ ਤੇ ਹਨ, ਉਹਨਾਂ ਦੇ ਪੂਰੇ ਫੁੱਲ ਖਿੜੇ ਹੋਏ ਹਨ, ਫੁੱਲ ਆਫ ਬਲੌਸਮ, ਉਹਨਾਂ ਦੀਆਂ ਟਹਿਣੀਆਂ ਫੁੱਲਾਂ ਨਾਲ ਲੱਦੀਆਂ ਹੋਈਆਂ ਹਨ। Gay notes of flute came floating in the warm spring air from afar. ਔਰ ਹੁਣ ਸਪਰਿੰਗ ਦੀ ਰੁੱਤ ਹੈ, ਬਸੰਤ ਦੀ ਰੁੱਤ ਹੈ ਔਰ ਦੂਰ ਤੋਂ ਹਵਾ ਦੇ ਨਾਲ ਕਿਸੇ ਦੇ ਫਲੂਟ ਬੰਸਰੀ ਵਜਾਉਣ ਦੀ ਔਰ ਬੜੀ ਖੁਸ਼ੀ ਦੀ ਧੁਨ ਵਜਾਉਣ ਦੀ, ਗੇ ਨੋਟਸ ਖੁਸ਼ੀ ਦੀਆਂ ਧੁਨਾਂ ਵਜਾਉਣ ਦੀ ਆਵਾਜ਼ ਆ ਰਹੀ ਹੈ। The citizens had gone to the woods for the festival of flowers. ਔਰ festival of flowers, ਫੁੱਲਾਂ ਦਾ ਤਿਉਹਾਰ ਮਨਾਉਣ ਵਾਸਤੇ ਜਿਹੜੇ ਸ਼ਹਿਰ ਦੇ ਲੋਕ ਹਨ ਉਹ ਜੰਗਲ ਤੱਕ ਵਿੱਚ ਗਏ ਹੋਏ ਹਨ। From the mild sky gazed the full moon on the shadows of silent town. ਸੋ ਕਿਉਂਕਿ ਲੋਕ ਸਾਰੇ ਜੰਗਲ ਵਿੱਚ ਤਿਉਹਾਰ ਮਨਾਉਣ ਲਈ ਗਏ ਹੋਏ ਹਨ ਤੇ ਇਸ ਕਰਕੇ ਜਿਹੜਾ ਸਾਰਾ ਸ਼ਹਿਰ ਹੈ ਉਹ ਸ਼ਾਂਤ ਹੈ।
ਪੂਰਨਮਾਸ਼ੀ ਦੀ ਰਾਤ ਹੈ, ਫੁੱਲ ਮੂਨ ਹੈ। The young ascetic was walking in the lonely street. ਤੇ ਉਹ ਜਵਾਨ ਭਿਕਸ਼ੂ ਉਸ ਸ਼ਹਿਰ ਦੀਆਂ ਸੁੰਨਸਾਨ ਸੜਕਾਂ ਦੇ ਉੱਤੇ ਤੁਰ ਰਿਹਾ ਹੈ, ਜਾ ਰਿਹਾ ਹੈ। While overhead the love-sick quail uttered from the mango branches their sleepless plaint. ਅੰਬਾਂ ਦੇ ਦਰਖਤਾਂ ਦੇ ਉੱਤੇ ਜਿਹੜੀ ਕੋਇਲ ਹੈ ਉਹ ਆਪਣੇ ਪਿਆਰ ਦੀ ਪ੍ਰਾਪਤੀ ਵਾਸਤੇ ਉਸਨੂੰ ਨੀਂਦ ਨਾ ਆ ਰਹੀ ਹੋਵੇ ਤੇ ਉਹ ਆਪਣੀ ਉੱਚੀ ਆਵਾਜ਼ ਵਿੱਚ ਬੋਲ ਰਹੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਸਦਾ ਜਿਹੜਾ ਦੁੱਖ ਹੈ ਉਹ ਉਸਨੂੰ ਸੌਣ ਨਹੀਂ ਦੇ ਰਿਹਾ। Upagupta passed through the city gates and stood at the base of the rampart. ਹੁਣ ਉਪਾਗੁਪਤਾ ਉਸੇ ਸ਼ਹਿਰ ਦੇ ਦਰਵਾਜ਼ੇ ਦੇ ਵਿੱਚੋਂ ਦੀ ਲੰਘਦਾ ਹੈ ਤੇ ਪੈਦਲ ਤੁਰਨ ਵਾਲੇ ਯਾਤਰੀਆਂ ਵਾਸਤੇ ਇੱਕ ਪਟੜੀ ਬਣੀ ਹੁੰਦੀ ਆ, ਉਸਦੇ ਨਾਲ ਬੇਸ ਦੇ ਉੱਤੇ ਉਹ ਖਲੋ ਗਿਆ। Was that a woman lying at his feet in the shadow of the mango grove? ਕੀ ਅੰਬਾਂ ਦੇ ਦਰਖਤਾਂ ਦੇ ਛਾਂ ਦੇ ਪਰਛਾਵੇਂ ਦੇ ਵਿੱਚ ਕੀ ਔਰਤ ਉਸਦੇ ਪੈਰਾਂ ਦੇ ਵਿੱਚ ਲੇਟੀ ਹੋਈ ਹੈ? Stuck with black pestilence, her body spotted with sores of smallpox. ਉਸ ਔਰਤ ਦੇ ਸਰੀਰ ਦੇ ਉੱਤੇ ਕਾਲੇ ਰੰਗ ਦੇ ਚੇਚਕ ਦੇ ਦਾਗ, ਜਿਹੜੀ ਕਿ ਪੈਸਟੀਲੈਂਸ ਦਾ ਮਤਲਬ ਮਹਾਮਾਰੀ, ਐਪੀਡੈਮਿਕ ਮਹਾਮਾਰੀ, ਜਿਵੇਂ ਅੱਜ ਕੱਲ੍ਹ ਕਰੋਨਾ ਮਹਾਮਾਰੀ ਹੈ, ਇੱਕ ਦੂਸਰੇ ਤੋਂ ਹੋਈ ਜਾਂਦੀ ਹੈ। ਇਸੇ ਤਰੀਕੇ ਨਾਲ ਉਸ ਔਰਤ ਦਾ ਸਰੀਰ ਤੇ ਕੋਈ ਛੂਤ ਦੀ ਬਿਮਾਰੀ ਹੈ, ਮਹਾਮਾਰੀ ਨੇ ਉਸਨੂੰ ਆਪਣੀ ਪਕੜ ਵਿੱਚ ਲਿਆ ਹੋਇਆ ਔਰ ਜ਼ਖਮ ਹੋਏ ਹਨ। She had been hurriedly removed from the town to avoid her poisonous contagion. ਸੋ ਉਸ ਔਰਤ ਨੂੰ ਸ਼ਹਿਰ ਦੇ ਵਿੱਚੋਂ ਜਲਦੀ ਦੇ ਨਾਲ ਉਸਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਕਿ ਉਸ ਤੋਂ ਬਿਮਾਰੀ ਜਿਹੜੀ ਹੈ ਉਹ ਖਤਰਨਾਕ ਜ਼ਹਿਰੀਲੀ ਛੂਤ ਦੀ ਬਿਮਾਰੀ ਦੂਸਰੇ ਲੋਕਾਂ ਤੱਕ ਨਾ ਪਹੁੰਚ ਜਾਵੇ। ਇਸ ਕਰਕੇ ਉਸ ਔਰਤ ਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ। The ascetic sat by her side. ਹੁਣ ਉਹ ਭਿਕਸ਼ੂ ਉਸ ਔਰਤ ਦੇ ਕੋਲ ਬੈਠ ਜਾਂਦਾ ਹੈ। Took her head on his knees. ਤੇ ਉਸਦਾ ਸਿਰ ਆਪਣੇ ਗੋਡਿਆਂ ਤੇ ਰੱਖਦਾ ਹੈ। And moistened her lips with water and smeared her body with sandal balm. ਉਹਦੇ ਬੁੱਲਾਂ ਨੂੰ ਪਾਣੀ ਨਾਲ ਗਿੱਲਾ ਕਰਦਾ ਹੈ ਔਰ ਉਸਦੇ ਸਰੀਰ ਦੇ ਉੱਤੇ ਸੰਦਲ ਦਾ ਬਾਮ ਲਗਾ ਕੇ ਉਸਦੇ ਪੀੜਾ ਨੂੰ ਸ਼ਾਂਤ ਕਰਦਾ ਹੈ। Who are you, merciful one? asked the woman. ਔਰਤ ਨੇ ਪੁੱਛਿਆ ਕਿ ਹੇ ਦਿਆਲੂ ਵਿਅਕਤੀ, ਤੁਸੀਂ ਕੌਣ ਹੋ? The time at last has come to visit you and I am here, replied the young ascetic. ਸੋ ਉਸ ਜਵਾਨ ਭਿਕਸ਼ੂ ਨੇ ਉੱਤਰ ਦਿੱਤਾ ਕਿ ਹੁਣ ਸਹੀ ਸਮਾਂ ਆ ਗਿਆ ਕਿ ਮੈਂ ਤੇਰੇ ਕੋਲ ਆਉਂਦਾ ਤੇ ਮੈਂ ਹੁਣ ਇੱਥੇ ਹਾਂ। So this is a wonderful poem. ਵਿਸ਼ਵ ਕਵੀ ਰਵਿੰਦਰਨਾਥ ਟੈਗੋਰ ਜੀ ਇਸ ਕਵਿਤਾ ਦੇ ਵਿੱਚ ਆਪਣੀ ਸੋਚ, ਆਪਣੀ ਇਮੈਜੀਨੇਸ਼ਨ, ਆਪਣੀ ਕਲਪਨਾ ਦੀ ਹਾਈਟ ਨੂੰ ਦਰਸਾ ਰਹੇ ਹਨ। ਉਪਾਗੁਪਤਾ ਭਿਕਸ਼ੂ ਦਾ ਹਵਾਲਾ ਦੇ ਕੇ ਉਹ ਸਾਰਿਆਂ ਨੂੰ ਇਹ ਸੰਦੇਸ਼ ਦੇ ਰਹੇ ਹਨ ਕਿ ਇਹ ਜਿਹੜਾ ਸਰੀਰ ਹੈ 5 ਤੱਤਾਂ ਦਾ ਬਣਿਆ ਹੋਇਆ, ਇਹ ਨਾਸਵਾਨ ਹੈ, ਇਹ ਸਦਾ ਰਹਿਣ ਵਾਲਾ ਨਹੀਂ ਹੈ ਔਰ ਜੇ ਕੋਈ ਵਸਤੂ ਸਦੀਵੀ ਰਹਿਣ ਵਾਲੀ ਹੈ ਤਾਂ ਉਹ ਹੈ ਇਨਸਾਨੀਅਤ। ਇਸ ਸਰੀਰ ਨੇ ਨਾਸ ਹੋ ਜਾਣਾ ਹੈ ਪਰ ਇਨਸਾਨੀਅਤ ਕਦੀ ਨਹੀਂ ਮਰਦੀ, ਚੰਗਿਆਈ ਕਦੀ ਨਹੀਂ ਮਰਦੀ। ਸੋ ਸਾਨੂੰ ਚੰਗੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਨਾ ਕਿ ਸੁੰਦਰਤਾ ਦਾ ਗਰੂਰ ਕਰਨਾ ਚਾਹੀਦਾ ਹੈ। ਦੁੱਖ ਵੇਲੇ ਸਾਥ ਦੇਣਾ, ਕਿਉਂਕਿ ਸੁੱਖ ਵਿੱਚ ਤਾਂ ਸਭ ਸਾਥੀ ਬਣਦੇ ਹਨ ਲੇਕਿਨ ਦੁੱਖ ਵਿੱਚ ਜਿਹੜਾ ਸਾਥ ਦਿੰਦਾ ਹੈ ਮਹਾਨ ਵਿਅਕਤੀ ਉਹੀ ਗਿਣਿਆ ਜਾਂਦਾ ਹੈ। ਸੋ ਸਟੂਡੈਂਟਸ, ਜਦੋਂ ਪੋਇਮ ਨੂੰ ਅਸੀਂ ਪੜ੍ਹਨਾ ਸਟਾਰਟ ਕਰਦੇ ਹਾਂ ਤਾਂ ਆਈ ਥਿੰਕ +1 ਸਟੂਡੈਂਟਸ ਤੁਸੀਂ ਸੋਚੋਗੇ ਕਿ ਜਿਹੜੀ ਗੱਲ ਸ਼ੁਰੂ ਕੀਤੀ ਹੈ ਡੈਂਸਿੰਗ ਗਰਲ ਤੋਂ ਇਹ ਕਿੱਧਰ ਨੂੰ ਜਾਏਗੀ, ਲੇਕਿਨ ਰਵਿੰਦਰਨਾਥ ਟੈਗੋਰ ਜੀ ਦੀ ਸੋਚ, ਵਧੀਆ ਕਵੀ ਜਿਹੜੇ ਹੁੰਦੇ, ਮਹਾਨ ਕਵੀ ਹੁੰਦੇ, ਉਹਨਾਂ ਦੀ ਇਹੀ ਖਾਸੀਅਤ ਹੁੰਦੀ ਹੈ ਕਿ ਉਹ ਕਿਸ ਹਾਈਟ ਤੱਕ ਲੈ ਕੇ ਜਾਂਦੇ ਹਨ ਸੋਚ, ਅਗਲੇ ਬੰਦੇ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਔਰ ਇੱਕ ਖਾਸ ਸੁਨੇਹਾ ਸੰਦੇਸ਼ ਜਿਹੜਾ ਇਨਸਾਨੀਅਤ ਨੂੰ ਦੇ ਕੇ ਜਾਂਦੇ ਹਨ। ਉਹੀ ਸੰਦੇਸ਼ ਜਿਹੜਾ ਹੈ ਉਹਨਾਂ ਨੂੰ ਮਹਾਨ ਕਵੀ ਬਣਾਉਂਦਾ ਹੈ। Let's do the central idea of the poem. Here it is given at the end of the poem. This is the central idea. This poem has a human appeal. ਇਸ ਕਵਿਤਾ ਦੇ ਵਿੱਚ ਇਨਸਾਨੀਅਤ ਦੇ ਗੁਣਾਂ ਦੀ ਬੇਨਤੀ ਹੈ
ਬਾਰੇ ਦੱਸਿਆ ਗਿਆ ਹੈ। The dancing girl is drunk with the wine of her youth. ਨੱਚਣ ਵਾਲੀ ਲੜਕੀ ਆਪਣੀ ਜਵਾਨੀ ਦੇ ਨਸ਼ੇ ਵਿੱਚ ਗਰੂਰ ਹੈ। The unpleasant fate of such people is foretold. ਸੋ ਜਵਾਨੀ ਦੇ ਵਿੱਚ ਜੋ ਲੋਕ ਸਭ ਕੁਝ ਭੁੱਲ ਜਾਂਦੇ ਹਨ, ਇਨਸਾਨੀਅਤ ਨੂੰ ਭੁੱਲ ਜਾਂਦੇ ਹਨ, ਉਹਨਾਂ ਦਾ ਜਿਹੜਾ ਅਣਸੁਖਾਵਾਂ ਫੇਟ ਹੈ, ਕਿਸਮਤ ਹੈ, ਉਸ ਬਾਰੇ ਕਵੀ ਦੱਸਦੇ ਹਨ। The poet brings out the need to see beyond the short-term bodily pleasures. ਸੋ ਕਵੀ ਇਸ ਕਵਿਤਾ ਦੇ ਵਿੱਚ ਥੋੜੇ ਚਿਰ ਰਹਿਣ ਵਾਲੇ ਸਰੀਰਕ ਖੁਸ਼ੀਆਂ ਤੋਂ ਪਰੇ ਦੇਖਣ ਦੀ ਅਪੀਲ ਕਰਦੇ ਹਨ, ਲੋੜ ਦਰਸਾਉਂਦੇ ਹਨ ਕਿ ਸਰੀਰਕ ਖੁਸ਼ੀਆਂ ਤੋਂ ਉੱਪਰ ਉੱਠ ਕੇ ਹੋਰ ਚੰਗਿਆਈਆਂ ਨੂੰ ਦੇਖਣਾ ਚਾਹੀਦਾ ਹੈ। This masterpiece by Tagore shows the impermanence of youth. ਟੈਗੋਰ ਜੀ ਦੁਆਰਾ ਲਿਖਿਆ ਗਿਆ ਇਹ ਇੱਕ ਮਹਾਨ ਮਾਸਟਰਪੀਸ ਹੈ, ਬਹੁਤ ਵਧੀਆ ਰਚਨਾ ਹੈ ਔਰ ਇਹ ਜਵਾਨੀ ਦੇ ਸਦੀਵੀ ਨਾ ਰਹਿਣ ਦੀ ਗੱਲ ਕਰਦਾ ਹੈ। ਇਹ ਪੋਇਮ ਜਿਹੜੀ ਹੈ ਇਹ ਜਵਾਨੀ ਦੇ ਸਦੀਵੀ ਨਾ ਰਹਿਣ ਦੀ ਗੱਲ ਕਰਦੀ ਹੈ। ਇੰਪਰਮਾਨੈਂਸ, ਪਰਮਾਨੈਂਟ ਬੇਟੇ ਜੋ ਸਦਾ ਰਹੇ, ਔਰ ਇੰਪਰਮਾਨੈਂਸ ਜਿਹੜਾ ਕਿ ਸਦਾ ਨਾ ਰਹੇ, ਜਿਹੜਾ ਖਤਮ ਹੋ ਜਾਵੇ। ਐਂਡ ਦ ਫਿਜ਼ੀਕਲ ਬਿਊਟੀ ਸਰੀਰਕ ਸੁੰਦਰਤਾ, ਇਹ ਵੀ ਸਦਾ ਨਹੀਂ ਰਹਿਣ ਵਾਲੀ ਹੁੰਦੀ। ਐਂਡ ਦ ਪਰਮਾਨੈਂਸ ਆਫ ਲਵ ਫॉर ਹਿਊਮੈਨਿਟੀ, ਔਰ ਸਦਾ ਰਹਿਣ ਵਾਲੀ ਚੀਜ਼ ਕੀ ਹੈ? ਲਵ ਫॉर ਹਿਊਮੈਨਿਟੀ, ਇਨਸਾਨੀਅਤ ਪ੍ਰਤੀ ਪਿਆਰ। ਇਹ ਜਿਹੜਾ ਹੈ ਇਹ ਕਦੀ ਵੀ ਖਤਮ ਨਹੀਂ ਹੁੰਦਾ, ਇਹ ਸਦੀਵੀ ਰਹਿੰਦਾ ਹੈ। ਸੋ ਇਹਨਾਂ ਗੁਣਾਂ ਦੇ ਧਾਰਨੀ ਬਣਨਾ ਟੈਗੋਰ ਜੀ ਦਾ ਇੱਕ ਖੂਬਸੂਰਤ ਸੁਨੇਹਾ ਹੈ। So students, here is the glossary. Disciple, a person who believes in and follows the teachings of a religious or political leader. Disciple, chilla, murky sky, cloudy sky. Mantle, a loose piece of clothing worn over her clothes. ਕੱਪੜਿਆਂ ਦੇ ਉੱਪਰੋਂ ਦੀ ਢਿੱਲਾ ਚੋਲਾ ਪਹਿਨਣਾ, so mantle, that is called mantle. Austerely, simply and plainly, without any decoration, ਬਿਨਾਂ ਕਿਸੇ ਮੇਕਅਪ ਤੋਂ ਖੂਬਸੂਰਤ ਹੋਣਾ, austerely. Ascetic, monk, ਭਿਕਸ਼ੂ. Contagion, ਛੂਤ ਦੀ ਬਿਮਾਰੀ, spreading of a disease by people touching each other. So next are the textual questions. Which line in the poem prove that it was a dark night when Upagupta lay asleep? ਕਵਿਤਾ ਦੇ ਵਿੱਚ ਕਿਸ ਲਾਈਨ ਤੋਂ ਇਹ ਪਤਾ ਲੱਗਦਾ ਹੈ ਕਿ ਉਪਾਗੁਪਤਾ ਜਦੋਂ ਸੁੱਤੇ ਹੋਏ ਸੀ ਤਾਂ ਹਨੇਰੀ ਰਾਤ ਸੀ, ਡਾਰਕ ਨਾਈਟ ਸੀ। A line in the poem stars were all hidden by the murky sky of August proves that it was a dark night. ਕਿਹੜੀ ਲਾਈਨ ਬੇਟੇ? Stars were all hidden by the murky skies of August. ਕਿਉਂਕਿ ਤਾਰੇ ਤਾਂ ਦਿਨੇ ਤਾਂ ਨਹੀਂ ਦਿਖਦੇ ਨਾ, ਤਾਰੇ ਰਾਤ ਨੂੰ ਹੀ ਦਿਖਦੇ ਆ, ਔਰ ਤਾਰੇ ਛੁਪੇ ਹੋਏ ਸੀ ਕਿਹਦੇ ਪਿੱਛੇ? ਅਗਸਤ ਮਹੀਨੇ ਦੇ ਬੱਦਲਾਂ ਦੇ ਨੀਚੇ। ਸੋ ਇਹ ਪ੍ਰੂਵ ਕਰਦੀ ਹੈ ਕਿ ਇਹ ਹਨੇਰੀ ਰਾਤ ਸੀ। How does the poet describe the dancing girl? ਪੋਇਟ ਜਿਹੜੇ ਕਵੀ ਨੇ ਉਹ ਡਾਂਸਿੰਗ ਗਰਲ ਦਾ ਵਰਣਨ ਕਿਵੇਂ ਕਰਦੇ ਹਨ, ਕਿਵੇਂ ਉਸ ਬਾਰੇ ਵਿਆਖਿਆ ਕਰਦੇ ਹਨ? She was decorated with ornaments. ਕਵੀ ਦੱਸਦੇ ਹਨ ਕਿ ਉਹ ਲੜਕੀ, ਉਹ ਔਰਤ ਗਹਿਣਿਆਂ ਦੇ ਨਾਲ ਸ਼ਿੰਗਾਰੀ ਹੋਈ ਸੀ। She had put on a pale blue cloak. ਪਲੱਤਣ ਵਾਲੇ ਨੀਲੇ ਰੰਗ ਦੇ ਵਿੱਚ ਉੱਪਰੋਂ ਦੀ ਚੋਗਾ ਪਾਇਆ ਹੋਇਆ ਸੀ। She looked very attractive and youthful. ਤਾਂ ਦੇਖਣ ਨੂੰ ਬਹੁਤ ਖੂਬਸੂਰਤ ਔਰ ਜਵਾਨ ਲੱਗ ਰਹੀ ਸੀ। How can a face be austere yet beautiful? ਇੱਕ ਚਿਹਰਾ ਕਿਵੇਂ ਸਿੰਪਲ, ਸਧਾਰਨ ਤੇ ਤਾਂ ਵੀ ਬਿਊਟੀਫੁਲ, ਸੁੰਦਰ ਕਿਸ ਤਰ੍ਹਾਂ ਹੋ ਸਕਦਾ ਹੈ? Austere means plain and simple. A plain and simple face looks beautiful even without ornament and decoration. ਇੱਕ ਸਧਾਰਨ ਸਿੰਪਲ ਫੇਸ ਜਿਹੜਾ ਹੈ ਉਹ ਗਹਿਣਿਆਂ ਤੇ ਹੋਰ ਮੇਕਅਪ ਤੋਂ ਬਿਨਾਂ ਵੀ ਸੁੰਦਰ ਲੱਗਦਾ ਹੈ। Why was the human hurriedly removed from the town? ਔਰਤ ਨੂੰ ਸ਼ਹਿਰ ਦੇ ਵਿੱਚੋਂ ਜਲਦੀ ਨਾਲ, ਕਾਹਲੀ ਨਾਲ ਕਿਉਂ ਬਾਹਰ ਕੱਢ ਦਿੱਤਾ ਗਿਆ? The woman was suffering from a terrible disease. ਕਿਉਂ ਔਰਤ ਜਿਹੜੀ ਸੀ ਇੱਕ ਭਿਆਨਕ ਬਿਮਾਰੀ ਨਾਲ ਗ੍ਰਸਤ ਹੋ ਚੁੱਕੀ ਸੀ। Her body was covered with sores. ਉਸਦੇ ਸਾਰੇ ਸਰੀਰ ਤੇ ਜ਼ਖਮ ਹੋਏ ਸਨ। To check this poisonous disease from spreading,
ਇਸ ਜ਼ਹਿਰੀਲੀ ਬਿਮਾਰੀ ਨੂੰ ਫੈਲਣ ਤੋਂ ਬਚਾਉਣ ਵਾਸਤੇ she was hurriedly removed from the town, ਉਸਨੂੰ ਕਾਹਲੀ ਨਾਲ ਸ਼ਹਿਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਉਹ ਔਰਤ ਜਿਹੜੀ ਕਿ ਕਹਿੰਦੀ ਸੀ ਕਿ ਮੇਰੇ ਨਾਲ ਘਰ ਚੱਲੋ, ਅੱਜ ਉਸਨੂੰ ਸ਼ਹਿਰ ਦੇ ਲੋਕਾਂ ਨੇ ਬਾਹਰ ਕੱਢ ਦਿੱਤਾ। ਤੇ ਬੇਟੇ to check ਦਾ ਮਤਲਬ ਹੁੰਦਾ ਹੈ ਰੋਕਣ ਵਾਸਤੇ। How did the ascetic help the woman? ਉਸ ਭਿਕਸ਼ੂ ਨੇ ਔਰਤ ਦੀ ਕਿਸ ਤਰ੍ਹਾਂ ਮਦਦ ਕੀਤੀ? The ascetic sat by the side of woman. ਭਿਕਸ਼ੂ ਔਰਤ ਦੇ ਕੋਲ ਬੈਠ ਗਿਆ। He placed her head on his knees. ਉਸਨੇ ਉਸਦਾ ਸਿਰ ਆਪਣੇ ਗੋਡਿਆਂ ਤੇ ਰੱਖਿਆ। ਉਸ ਵੇਲੇ ਜਦੋਂ ਕਿ ਲੋਕ ਉਸ ਔਰਤ ਦੇ ਕੋਲ ਆਉਣ ਤੋਂ ਵੀ ਡਰ ਰਹੇ ਸਨ, ਉਸ ਭਿਕਸ਼ੂ ਨੇ ਉਸ ਔਖੀ ਘੜੀ, ਮੁਸੀਬਤ ਦੀ ਘੜੀ ਦੇ ਵਿੱਚ ਉਸ ਔਰਤ ਦਾ ਸਾਥ ਦਿੱਤਾ, ਉਹਦੇ ਕੋਲ ਗਿਆ, ਉਸਦਾ ਸਿਰ ਆਪਣੇ ਗੋਡਿਆਂ ਤੇ ਰੱਖਿਆ। He made her lips wet with water. ਉਸਦੇ ਬੁੱਲਾਂ ਨੂੰ ਪਾਣੀ ਨਾਲ ਗਿੱਲਾ ਕੀਤਾ। Then he applied sandal balm on her body. ਤੇ ਉਸਦੇ ਸਰੀਰ ਤੇ ਸੰਦਲ ਬਾਮ ਲਗਾਇਆ ਤਾਂ ਕਿ ਉਸਨੂੰ ਥੋੜੀ ਰਾਹਤ ਮਿਲ ਸਕੇ। Read the lines and answer the questions. The young ascetic answered, "Woman, go on your way." ਜਵਾਨ ਭਿਕਸ਼ੂ ਨੇ ਜਵਾਬ ਦਿੱਤਾ, ਔਰਤ ਤੂੰ ਆਪਣੇ ਰਸਤੇ ਤੇ ਜਾ। So question is, what was her way? ਉਸਦਾ ਰਸਤਾ ਕਿਹੜਾ ਸੀ? What was her way? ਉਸਦਾ ਰਸਤਾ ਕਿਹੜਾ ਸੀ? And what was his way? ਤੇ ਉਸ ਭਿਕਸ਼ੂ ਦਾ ਰਸਤਾ ਕਿਹੜਾ ਸੀ? His ਭਿਕਸ਼ੂ ਦਾ ਔਰ her ਉਸ ਔਰਤ ਦਾ। ਉਹਨਾਂ ਦੇ ਰਸਤੇ ਕਿਹੜੇ ਕਿਹੜੇ ਸਨ? ਸੋ ਆਨਸਰ ਇਜ਼, ਪਹਿਲਾਂ ਅਸੀਂ ਜਵਾਬ ਦਿਆਂਗੇ ਹਰ ਵੇ ਦਾ। ਹਰ ਵੇ ਸ਼ੀ ਵਾਸ ਡੈਕੋਰੇਟਡ ਵਿਦ ornaments. ਉਹ ਗਹਿਣਿਆਂ ਨਾਲ ਸਵਾਰੀ ਹੋਈ ਸੀ, ਸ਼ਿੰਗਾਰੀ ਹੋਈ ਸੀ। ਸ਼ੀ ਹੈਡ ਪੁੱਟ ਔਨ ਅ ਪੇਲ yellow cloth. ਉਸਨੇ ਉੱਪਰੋਂ ਦੀ ਚੋਗਾ ਪਾਇਆ ਸੀ, ਬਹੁਤ ਖੂਬਸੂਰਤ। ਸ਼ੀ ਲੁਕਡ ਵੈਰੀ ਅਟਰੈਕਟਿਵ ਐਂਡ ਯੂਥਫੁਲ. ਬਹੁਤ ਖੂਬਸੂਰਤ ਔਰ ਜਵਾਨ ਲੱਗ ਰਹੀ ਸੀ। ਸ਼ੀ ਵਾਸ ਡਰੰਕ ਵਿਦ ਦ ਵਾਈਨ ਆਫ ਹਰ ਯੂਥ. ਆਪਣੀ ਜਵਾਨੀ ਦੇ ਨਸ਼ੇ ਵਿੱਚ ਉਹ ਸੀ। So her way was related to physical pleasure. So ਉਸਦਾ ਰਸਤਾ ਸਰੀਰਕ ਖੁਸ਼ੀਆਂ ਵਾਲਾ ਰਸਤਾ ਸੀ। His way, ਹੁਣ ਅਸੀਂ ਗੱਲ ਕਰਦੇ ਹਾਂ ਕਿ ਉਪਾਗੁਪਤਾ ਦਾ ਰਸਤਾ ਕੀ ਸੀ? His way, ਉਪਾਗੁਪਤਾ was an ascetic. ਉਪਾਗੁਪਤਾ ਇੱਕ ਭਿਕਸ਼ੂ ਸੀ। He had wonderful self-control. ਸੋ ਉਸਦੇ ਬਹੁਤ ਅਦਭੁਤ ਤਰੀਕੇ ਦਾ ਇੱਕ ਆਪਣੇ ਆਪ ਤੇ ਕੰਟਰੋਲ ਸੀ, ਆਪਣੀਆਂ ਭਾਵਨਾਵਾਂ ਦੇ ਉੱਤੇ ਉਸਦਾ ਕੰਟਰੋਲ ਸੀ, ਆਪਣੀਆਂ ਇੱਛਾਵਾਂ ਤੇ ਕੰਟਰੋਲ ਸੀ। His heart was full of milk of human kindness. ਉਸਦੇ ਦਿਲ ਦੇ ਵਿੱਚ ਇਨਸਾਨੀਅਤ ਦੇ ਪ੍ਰਤੀ ਦਿਆਲਤਾ ਭਰੀ ਹੋਈ ਸੀ। His way was related to spiritual pleasure. ਸੋ ਉਸਦਾ ਰਸਤਾ ਜਿਹੜਾ ਸੀ ਉਹ ਆਤਮਿਕ ਸ਼ਾਂਤੀ ਦੇ ਨਾਲ, ਆਤਮਿਕ ਖੁਸ਼ੀਆਂ ਦੇ ਨਾਲ ਸੰਬੰਧ ਰੱਖਦਾ ਸੀ। Write down the figure of speech used in the following line. Spotted with sores of smallpox. So answer is, here in this line letter S is repeated. Spotted with sores of smallpox. ਇੱਥੇ ਇਹ ਜਿਹੜਾ S ਲੈਟਰ ਹੈ, spotted ਦੇ ਵਿੱਚ S ਆਇਆ, ਫਿਰ sores ਦਾ S ਆਇਆ, small pox. S ਜਿਹੜਾ ਬਾਰ-ਬਾਰ repeat ਹੋ ਰਿਹਾ, ਔਰ whenever any letter is repeated, then the figure of speech we can say is alliteration. So when same sound, usually initial consonants of words in any sequence of words is repeated, then it's alliteration. So ਜਦੋਂ ਇੱਕੋ ਹੀ ਆਵਾਜ਼ ਜਿਹੜੀ ਹੈ ਉਹ ਰਿਪੀਟ ਹੁੰਦੀ ਹੈ ਕਿਸੇ ਲਾਈਨ ਦੇ ਵਿੱਚ ਤਾਂ ਉਸਨੂੰ ਅਸੀਂ alliteration ਕਹਿੰਦੇ ਹਾਂ। Read the following lines and answer the questions that follow. Now this is the stanza. ਇਸ stanza ਨੂੰ ਪੜ੍ਹ ਕੇ ਅਸੀਂ questions ਦੇ answer ਦੇਣੇ ਨੇ। So first question is, name the poem and the poet. So what is the name of the poem? The name of the poem is Upagupta and it is written by the poet Rabindranath Tagore. Second question is, list the things the ascetic did to lessen the woman's suffering. ਉਹਨਾਂ ਚੀਜ਼ਾਂ ਦੀ ਲਿਸਟ ਬਣਾਓ ਜਿਹੜੀਆਂ ਕਿ ਇੱਕ ਭਿਕਸ਼ੂ ਨੇ ਕੀਤੀਆਂ ਉਸ ਔਰਤ ਦੇ ਤਕਲੀਫਾਂ, ਦੁੱਖਾਂ ਨੂੰ ਦੂਰ ਕਰਨ ਵਾਸਤੇ, ਘੱਟ ਕਰਨ ਵਾਸਤੇ। ਲੈਸਨ ਦਾ ਮਤਲਬ ਘੱਟ ਕਰਨ ਵਾਸਤੇ। ਕਿਹੜੀਆਂ-ਕਿਹੜੀਆਂ ਚੀਜ਼ਾਂ ਉਸ ਭਿਕਸ਼ੂ ਨੇ ਕੀਤੀਆਂ? The ascetic sat besides her. ਉਸਦੇ ਕੋਲ ਬੈਠਿਆ। Took her head on his knees. ਉਸਦਾ ਸਿਰ ਆਪਣੇ ਗੋਡਿਆਂ ਤੇ ਰੱਖਿਆ। After that, he moistened her lips with water. ਤੇ ਪਾਣੀ ਉਸਦੇ ਬੁੱਲਾਂ ਨੂੰ ਲਾਇਆ ਤੇ ਉਹਨਾਂ ਨੂੰ ਗਿੱਲਾ ਕੀਤਾ। Moistened means ਗਿੱਲਾ ਕਰਨਾ। And smeared her body with sandal balm. ਔਰ ਉਸਦੇ ਬੋਡੀ ਦੇ ਉੱਪਰ ਸੰਦਲ ਬਾਮ ਦਾ
ਲੇਪ ਲਗਾਇਆ, ਸਮੀਅਰਡ ਦਾ ਮਤਲਬ ਲੇਪ ਲਗਾਇਆ, ਤਾਂ ਕਿ ਉਸਨੂੰ ਠੰਡ ਮਿਲੇ, ਠੰਡਕ ਪਹੁੰਚੇ। Next question is, what is the significance of the line, the time at last has come to visit you and I am here, replied the young ascetic। So ਇਸ line ਦਾ ਮਤਲਬ ਕੀ ਨਿਕਲਦਾ ਹੈ, ਕੀ ਦਰਸਾਉਂਦਾ ਹੈ? So it signifies that everything is predestined and happens at its fixed time। So ਇਹ ਲਾਈਨਾਂ ਸਾਨੂੰ ਇਹ ਦੱਸਦੀਆਂ ਹਨ, ਇਸ ਤੋਂ ਇਹ ਪਤਾ ਲੱਗਦਾ ਹੈ ਕਿ ਹਰ ਚੀਜ਼ ਪਹਿਲਾਂ ਤੋਂ ਹੀ ਨਿਸ਼ਚਿਤ ਹੈ, ਜੋ ਹੋਣਾ ਹੈ ਉਹ ਤੈਅ ਹੈ, and happens at its fixed time, ਤੇ ਆਪਣੇ ਨਿਸ਼ਚਿਤ ਸਮੇਂ ਤੇ ਹੀ ਸਾਰਾ ਕੁਝ ਜੋ ਕੁਝ ਵਾਪਰਨਾ ਹੁੰਦਾ ਹੈ ਉਹ ਹੁੰਦਾ ਹੈ। So students, this is all for this poem Upagupta। Hope you all enjoyed learning this poem। Now you yourself read this poem and do the exercise। Here is the central idea and the question answers. All of these must be written in your notebooks। So students, enjoy learning, enjoy reading. Thank you.